सतनाम श्री वाहिगुरु साहिब जीओ। मूक उचरै शास्त्र खट, पिंग गिरन चढ़ जाए। अंध लखै बदरो सुनै, जो काल कृपा कराय। कहाँ बुध प्रभ तुझ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। जेता जियो पिंड सब तेरा, तू अंतर्यामी पुरख भगवान। दासन दास कह जन नानक, जेहा तुम कराए तेहा हम करी बज्ञान। दासन दास कह जन नानक, जेहा तुम कराए तेहा हम करी बज्ञान। परम सन्मान योग गुरु खालसा साध संगत जीओ। फतेह गजाओ वाहिगुरु जी का खालसा, वाहिगुरु जी की फतेह। सो साध संगत जी, आप सारे ही बड़भागे हो, जिथे अकाल पुरख वाहिगुरु पार ब्रह्म परमेश्वर दे सरगुण स्वरूप दसवें गुरु नानक श्री गुरु गोबिंद सिंह साहिब जी महाराज ने धर्म चलावन संत उबारन, दुष्ट सबन को मूल उपारन दे वास्ते अवतार धारिया, अपना आप प्रकाश किया। उस महान पवित्र स्थान तखत श्री हरमंदर जी पटना साहिब दे सचखंड दरबार दियां हाजरियां भरदे होए अपना लोक परलोक सुहेला बना रहे हो। कलगीधर दशमेश पिता जी दियां खुशियां प्राप्त कर रहे हो। अमृत वेले अमृत बाणी श्री सुखमनी साहिब जी दे पाठ तो उपरंत पंजां बाणियां दा नितनेम, उपरंत आसा नूं पूਰਨ करन वाली श्री आसा जी दी वार दे छक्के छंद शब्द कीर्तन आप सारिਆਂ ने सरवण किया। उपरंत सब ते उत्तम हर की कथा, नाम सुनत दर दुख लत्ता। कथा सुनत मल सगली खोवै, साहिबां दा फुरमान है। सो साध संगत जी, अज अमृत वेले जो पवित्र हुक्मनामा आया सी, सोरठ महला पंजवा घर दूजा चौपदे एक ओंकार सतगुर प्रसाद। एक पिता एकस के हम बारक, तू मेरा गुरहाई। सुन मीता जियो हमारा बल बल जासी, हर दर्शन देहो दिखाई। सुन मीता धूरी को बल जाई, एहो मन तेरा भाई रहाओ। शहीदां दे सिरताज, शांति दे महान पुंज, नाम बाणी दे बोहित, कलयुगी जीवां दे उद्धार करता साहिब श्री गुरु अर्जन देव जी महाराज सोरठ राग विच अज दे हुक्मनामे द्वारा सानू उपदेश बख्शिश कर रहे हैं। जिस वेले श्री गुरु अर्जन देव महाराज जी दे बड़े भराता
ਬਾਬਾ ਮਹਾਦੇਵ ਜੀ ਕਾਫੀ ਸਮਾਂ ਵੱਡੇ ਭਰਾਤਾ ਪ੍ਰਿਥੀ ਚੰਦ ਦੀ ਸੰਗਤ ਵਿੱਚ ਰਹੇ। ਉਹ ਉਲਟੀ ਸਿੱਖਿਆ ਦਿੰਦਾ ਰਿਹਾ ਕਿ ਜਦੋਂ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ ਤੇ ਸੋਚਿਆ ਕਿ ਚਲੋ ਨਾ ਵੱਡੇ ਕੋਲ ਰਹੇ ਨਾ ਛੋਟੇ ਕੋਲ ਰਹੇ, ਤੂੰ ਵਿਚਕਾਰਲਾ ਹੈ, ਤੈਨੂੰ ਅਸੀਂ ਗੁਰੂ ਬਣਾ ਦਿੰਦੇ ਹਾਂ। ਪਰ ਮਹਾਦੇਵ ਜੀ ਨੇ ਕਿਹਾ ਮੇਰੇ ਕੋਲ ਤਾਂ ਕੋਈ ਸ਼ਕਤੀ ਨਹੀਂ, ਗੁਰੂ ਬਣਨਾ ਕੋਈ ਸੌਖਾ ਨਹੀਂ, ਸਿੱਖਾਂ ਦੇ ਕਾਰਜ ਕਿਵੇਂ ਰਾਸ ਕਰਾਂਗੇ। ਹੋਰ ਵੀ ਬਹੁਤ ਉਲਟੀ ਮੱਤ ਦਿੰਦਾ ਰਿਹਾ ਪ੍ਰਿਥੀ ਚੰਦ, ਪਰ ਨਾ ਮੰਨੇ। ਅਖੀਰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆਏ ਮਹਾਦੇਵ ਜੀ, ਤਾਂ ਉਹਨਾਂ ਦਾ ਤੇਜ ਪ੍ਰਤਾਪ, ਉਹਨਾਂ ਦੀ ਮਹਿਮਾ ਸੁਣ ਕੇ, ਉਹਨਾਂ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਦੇਖ ਕੇ ਬੜੇ ਪ੍ਰਭਾਵਿਤ ਹੋਏ। ਤਾਂ ਜੋ ਬਚਨ ਉਚਾਰਨ ਕੀਤਾ ਬਾਬਾ ਮਹਾਦੇਵ ਜੀ ਨੇ, ਉਹ ਪੰਚਮ ਪਾਤਸ਼ਾਹ ਜੀ ਨੇ ਸੋਰਠ ਰਾਗ ਵਿੱਚ ਦਰਜ ਕੀਤਾ ਹੈ। ਕੁਝ 3-4 ਪੰਕਤੀਆਂ ਬਾਬਾ ਮਹਾਦੇਵ ਜੀ ਵੱਲੋਂ ਉਚਾਰਨ ਕੀਤੀਆਂ ਹੋਈਆਂ, ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਤਰ ਦਿੰਦੇ ਹਨ। ਹੁਣ ਇਹ ਸੋਰਠ ਰਾਗ ਵਿੱਚ ਘਰ ਦੂਜੇ ਸੁਰ ਤਾਲ ਵਿੱਚ 4 ਪਦਾਂ ਵਾਲਾ ਸ਼ਬਦ ਪੰਚਮ ਪਿਤਾ ਜੀ ਨੇ ਉਚਾਰਨ ਕੀਤਾ। ਪਹਿਲਾਂ ਬੀਜ ਮੰਤਰ ਮੰਗਲ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੁੱਤੀ ਪਾਰ ਬ੍ਰਹਮ ਪਰਮੇਸ਼ਰ, ਜੋ ਸਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਤਿੰਨੋਂ ਕਾਲ ਸੱਚਾ ਆਬਾਦ ਰੂਪ ਹੈ। ਤਰਈ ਕਾਲ ਆਬਾਦਵੰਗ ਸਤਤਵੰਗ, ਉਹ ਤਿੰਨੋਂ ਕਾਲ ਸੱਚਾ ਆਬਾਦ ਰੂਪ ਗੁਰ ਚੇਤਨ ਸਰੂਪ ਆਨੰਦ ਸਰੂਪ ਹੈ। ਪ੍ਰਸਾਦ ਨਾਮ ਕਿਰਪਾ ਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਸਾਰਿਆਂ ਦਾ ਪ੍ਰਕਾਸ਼ਕ ਸਤ ਚਿਤ ਆਨੰਦ ਸਰੂਪ ਹੈ, ਉਹ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ। ਹੁਣ ਮਹਾਦੇਵ ਜੀ ਵੱਲੋਂ ਬੇਨਤੀ ਹੈ, ਏਕ ਪਿਤਾ ਏਕਸ ਕੇ ਹਮ ਬਾਰਕ। ਹੈ ਭਰਾਤਾ ਜੀ, ਸਾਡੇ ਦੋਹਾਂ ਦਾ ਪਿਤਾ ਇੱਕ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਪਿਤਾ ਹਨ। ਏਕ ਪਿਤਾ ਏਕਸ ਕੇ ਹਮ ਬਾਰਕ, ਇੱਕੋ ਪਿਤਾ ਦੇ ਅਸੀਂ ਪੁੱਤਰ ਹਾਂ ਤੇ ਸਾਡੇ ਪਿਤਾ ਜੀ ਗੁਰੂ ਵੀ ਹਨ। ਇਸ ਕਰਕੇ ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰ ਭਾਈ ਵੀ ਹੈ, ਭਾਈ ਵੀ ਹੈ ਤੇ ਗੁਰ ਭਾਈ ਵੀ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੁ ਦਿਖਾਈ। हे ਭਰਾਤਾ ਜੀ, ਮੇਰਾ ਮਨ ਆਪ ਜੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ, ਕਿਰਪਾ ਕਰਕੇ ਹਰੀ ਦੇ ਦਰਸ਼ਨ ਕਰਾ ਦਿਓ। ਸੁਣ ਮੀਤਾ ਧੂੜੀ ਕਉ ਬਲ ਜਾਈ, ਹੈ ਮਿੱਤਰ ਭਰਾ ਸੁਣਨਾ ਕਰ। ਮੈਂ ਆਪ ਜੀ ਦੇ ਚਰਨਾਂ ਦੀ ਧੂੜੀ ਤੋਂ ਬਲਿਹਾਰ ਜਾਂਦਾ ਹਾਂ। ਇਹੋ ਮਨ ਤੇਰਾ ਭਾਈ, ਇਹ ਆਪਣਾ ਮਨ ਆਪ ਜੀ ਦਾ ਕਰ ਦਿੱਤਾ ਹੈ, ਸੌਂਪ ਦਿੱਤਾ ਹੈ। ਫਿਰ ਮਹਾਦੇਵ ਜੀ ਉਚਾਰਨ ਕਰਦੇ ਹਨ, ਪਾਵ ਮਲੋਵਾ ਮਲ ਮਲ ਧੋਵਾ, ਇਹੋ ਮਨ ਤੈ ਕੂ ਦੇਸਾ। ਮੈਂ ਆਪ ਜੀ ਦੇ ਚਰਨਾਂ ਨੂੰ ਝੱਸਦਾ ਹਾਂ, ਮਲਦਾ ਹਾਂ। ਪਾਵ ਮਲੋਵਾ ਮਲ ਮਲ ਧੋਵਾ, ਮਲ ਮਲ ਕੇ ਆਪ ਜੀ ਦੇ ਚਰਨਾਂ ਨੂੰ ਧੋਂਦਾ ਹਾਂ ਤੇ ਇਹ ਆਪਣਾ ਮਨ ਆਪ ਜੀ ਨੂੰ ਅਰਪਣ ਕਰ ਦਿੰਦਾ ਹਾਂ। ਪਾਵ ਮਲੋਵਾ ਮਲ ਮਲ ਧੋਵਾ, ਇਹੋ ਮਨ ਤੈ ਕੂ ਦੇਸਾ। ਸੁਣ ਮੀਤਾ ਹੂੰ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਵ ਉਪਦੇਸਾ। ਹੇ ਮੇਰੇ ਮਿੱਤਰ, ਹੇ ਮੇਰੇ ਭਰਾ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਪ੍ਰਭੂ ਦੇ ਨਾਲ ਮਿਲਣ ਦਾ ਉਪਦੇਸ਼ ਦੇਣਾ ਕਰੋ। ਇੱਥੋਂ ਤੱਕ ਬਾਬਾ ਮਹਾਦੇਵ ਜੀ ਨੇ ਉਚਾਰਨ ਕੀਤਾ ਹੈ। ਹੁਣ ਅੱਗੋਂ ਪੰਚਮ ਪਿਤਾ ਜੀ ਫਰਮਾਉਂਦੇ ਹਨ, हे ਭਰਾਤਾ ਜੀ, ਮਾਨ ਨ ਕੀਜੈ ਸਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਇਹ ਮਾਣ ਨਾ ਕਰਕੇ ਮੈਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਪੁੱਤਰ ਹਾਂ, ਇਹ ਮਾਣ ਨਾ ਕੀਜੈ। ਸਰਨ ਪਰੀਜੈ, ਪ੍ਰਭੂ ਦੀ ਸਰਨ ਵਿੱਚ ਪੈਣਾ ਕਰੋ। ਮਾਣ ਨਾ ਕੀਜੈ ਸਰਨ ਪਰੀਜੈ। ਜੋ ਵਾਹਿਗੁਰੂ ਕਰਦਾ ਉਹ ਭਲਾ ਕਰਦਾ ਹੈ। ਸੁਣ ਮੀਤਾ ਇਹੋ ਜਿਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜਿਉ ਪਾਈਐ। ਇਹ ਤਨ ਮਨ ਤਨ ਸਭ ਅਰਪਣ ਕਰਦੇ ਗੁਰਾਂ ਨੂੰ, ਤਾਂ ਹਰੀ ਪਰਮਾਤਮਾ ਦੇ ਦਰਸ਼ਨ ਹੋਣਗੇ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਦੋਂ ਸੰਤਾਂ ਦਾ ਅਨੁਗ੍ਰਹ ਹੋਇਆ, ਕਿਰਪਾ ਹੋਈ, ਤਾਂ ਹਰੀ ਦਾ ਨਾਮ ਮਿੱਠਾ ਲੱਗ ਆਇਆ।
जन नानक कौ गुर कृपा धारी सब अकुल निरंजन डीठा। जिस वेले पूरे गुरां ने कृपा दृष्टि कीती तां कुलां तो रहत जो अकाल पुरख वाहिगुरु है सारिਆਂ ਵਿੱਚ ਉਸ ਨੂੰ ਦੇਖ ਲਿਆ। ਸੋ ਸਾਧ ਸੰਗਤ ਜੀ, ਅੱਜ ਦੇ ਹੁਕਮਨਾਮੇ ਦੀ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਆਓ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਬੇਦੀ ਕੁਲ ਦੇ ਸਿਰਮੌਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਵਣ ਗੁਰਪੁਰਬ ਹੈ। ਹੁਣੇ ਪਰਸੋਂ ਤੋਂ ਰੱਖੇ ਹੋਏ ਸ੍ਰੀ ਅਖੰਡ ਪਾਠ ਦੀ ਸਮਾਪਤੀ ਹੋਈ। ਆਪ ਸਾਰਿਆਂ ਨੇ ਸ਼ਲੋਕ ਮਹੱਲਾ ਨਾਵਾਂ ਦਾ ਪਾਠ ਸਰਵਣ ਕੀਤਾ। ਪਹਿਲਾਂ ਆਪਾਂ ਗੁਰ ਇਤਿਹਾਸ ਸਰਵਣ ਕਰਾਂਗੇ, ਉਪਰੰਤ ਲੜੀਵਾਰ ਕਥਾ ਦੇ ਨਾਲ ਜੁੜਾਂਗੇ। ਸੋ ਸਾਵਧਾਨ ਇਕਾਗਰ ਚੀਤ ਹੋ ਕਰਕੇ ਪਹਿਲਾਂ ਬਾਬੇ ਨਾਨਕ ਦਾ ਜੀਵਨ ਬਿਰਤਾਂਤ ਸਰਵਣ ਕਰੀਏ। ਕਲਯੁਗ ਦੇ ਸਮੇਂ ਵਿੱਚ ਬੇਦੀ ਕੁਲ ਵਿੱਚ ਬਾਬਾ ਸਿਵ ਰਾਮ ਜੀ ਹੋਏ। ਸਿਵ ਰਾਮ ਜੀ ਦੇ ਦੋ ਸਪੁੱਤਰ ਸਨ, ਇੱਕ ਕਾਲੂ ਜੀ, ਇੱਕ ਲਾਲੂ ਜੀ। ਜਦੋਂ ਕਾਲੂ ਜੀ ਵੱਡੇ ਹੋਏ, ਬਾਬਾ ਸਿਵ ਰਾਮ ਜੀ ਨੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਨਾਲ ਵਿਵਾਹ ਕਰ ਦਿੱਤਾ। ਉਪਰੰਤ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਭਜਨ ਬੰਦਗੀ ਕਰਨ ਲੱਗੇ, ਭਾਰੀ ਤਪੱਸਿਆ ਕੀਤੀ। ਤਪੱਸਿਆ ਨੂੰ ਦੇਖ ਕੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਏ, ਪ੍ਰਤੱਖ ਦਰਸ਼ਨ ਦਿੱਤੇ ਤੇ ਕਿਹਾ ਤੁਹਾਡੀ ਤਪੱਸਿਆ ਤੇ ਅਸੀਂ ਪ੍ਰਸੰਨ ਹਾਂ, ਵਰ ਮੰਗੋ। ਕਿਹਾ ਸਾਨੂੰ ਕੁਝ ਨਹੀਂ ਚਾਹੀਦਾ ਹੈ। ਕਿਹਾ ਤੁਹਾਡੀ ਘਾਲ ਕਮਾਈ ਪੂਰੀ ਹੋਈ ਹੈ, ਵਰ ਮੰਗੋ। ਕਿਹਾ ਜੇ ਵਰ ਦੇਣਾ ਹੀ ਚਾਹੁੰਦੇ ਹੋ, ਤੁੱਠੇ ਹੋ, ਪ੍ਰਸੰਨ ਹੋ ਤਾਂ ਇਹ ਵਰਦਾਨ ਦਿਓ ਤੁਸੀਂ ਸਾਡੇ ਘਰ ਪੁੱਤਰ ਬਣ ਕੇ ਆਓ। ਕਿਹਾ ਤਥਾ ਅਸਤੂ, ਐਸਾ ਹੀ ਹੋਵੇਗਾ, ਮੈਂ ਆਪ ਤੁਹਾਡੇ ਘਰ ਪੁੱਤਰ ਬਣ ਕੇ ਆਵਾਂਗਾ। ਸੋ ਉਧਰ ਧਰਤੀ ਨੇ ਵੀ ਪੁਕਾਰ ਕੀਤੀ ਕਿ ਸਾਡੇ ਉੱਪਰ ਬੜੇ ਬੋਝ ਹਨ, ਅਕਿਰਤਗਣ ਤੁਰੇ ਫਿਰਦੇ ਹਨ ਜਿਨ੍ਹਾਂ ਦਾ ਭਾਰ ਸਹਿਣ ਨਹੀਂ ਹੁੰਦਾ। ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਪੇੜ ਪੌਦੇ ਨਦੀ ਨਾਲੇ ਹਨ, ਇਹਨਾਂ ਦਾ ਭਾਰ ਹੈ। ਕਹਿੰਦਾ ਨਹੀਂ, ਇਹਨਾਂ ਦਾ ਭਾਰ ਨਹੀਂ। ਜਿਹੜੇ ਭਾਰੇ ਭੂਈ ਅਕਿਰਤਗਣ ਜਿਹੜੇ ਤੁਰੇ ਫਿਰਦੇ ਹਨ ਸਾਡੇ ਉੱਪਰ, ਉਹਨਾਂ ਦਾ ਭਾਰ ਮੈਥੋਂ ਸਹਾਰਿਆ ਨਹੀਂ ਜਾਂਦਾ। ਤੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਦਾ ਰੂਪ ਧਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਆਏ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬੇਦੀ ਕੁਲ ਵਿੱਚ ਪ੍ਰਕਾਸ਼ ਹੋਇਆ, ਅਵਤਾਰ ਹੋਇਆ, ਸੋ ਉਸ ਸਮੇਂ ਦਾ ਮਾਹੌਲ ਜੋ ਬਹੁਤ ਵਿਸਥਾਰ ਦੇ ਨਾਲ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਦ ਵਿੱਚ ਵਰਣਨ ਕੀਤਾ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਦੋ ਭਾਗ ਹਨ, ਪੂਰਬਾਦ ਤੇ ਉਤਰਾਦ। ਪੂਰਬਾਦ ਵਿੱਚ ਅਵਤਾਰ ਧਾਰਨ ਤੋਂ ਲੈ ਕੇ ਸਾਰੇ ਕੌਤਕ ਜੋ ਕੀਤੇ ਉਹ ਪੂਰਬਾਦ ਵਿੱਚ ਹੈ, ਤੇ ਉਤਰਾਦ ਵਿੱਚ ਜੋਤੀ ਜੋਤ ਸਮਾਵਣ ਦਾ ਸਾਰਾ ਪ੍ਰਸੰਗ ਹੈ। ਕਿਸ ਤਰ੍ਹਾਂ ਸਿੱਖੀ ਦੀ ਪ੍ਰੀਖਿਆ ਕੀਤੀ, ਕਿਸ ਤਰ੍ਹਾਂ ਜੋਤੀ ਜੋਤ ਸਮਾਏ, ਉਹ ਰਾਤ ਦੀ ਕਥਾ ਵਿੱਚ ਆਪਾਂ ਵਿਸਥਾਰ ਦੇ ਨਾਲ ਸਰਵਣ ਕਰਾਂਗੇ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਹੋਏ, ਖੇਤੀ ਕਰਨ ਵਾਸਤੇ ਕਿਹਾ, ਉਹ ਸਾਰੀ ਖੇਤੀ ਪਸ਼ੂਆਂ ਨੂੰ ਬਾੜ ਕਰਕੇ ਖੇਤ ਵਿੱਚ ਉਜਾੜ ਦਿੱਤਾ। ਫਿਰ 20 ਰੁਪਈਏ ਦੇ ਕੇ ਖਰਾ ਸੌਦਾ ਕਰਨ ਲਈ ਭੇਜਿਆ, ਭੁੱਖੇ ਸਾਧੂਆਂ ਨੂੰ ਖਵਾ ਕੇ ਆ ਗਏ। ਚਪੇੜਾਂ ਮਾਰੀਆਂ ਬਾਬਾ ਕਾਲੂ ਜੀ ਨੇ। ਭੈਣ ਬੇਬੇ ਨਾਨਕੀ ਨੂੰ ਬੜਾ ਗੁੱਸਾ ਆਇਆ, ਕਿਹਾ ਹੈ ਪਿਤਾ ਜੀ ਕਿਉਂ ਮੇਰੇ ਵੀਰ ਨੂੰ ਮਾਰਦਾ ਚੰਦ ਛਿੱਲੜਾਂ ਵਾਸਤੇ। ਤਾਂ ਰਾਏ ਬੁਲਾਰ ਜਿਹੜਾ ਅਨੰਨ ਸਿੱਖ ਹੋ ਗਿਆ ਸੀ, ਗੁਰੂ ਸਾਹਿਬ ਜੀ ਦੇ ਕੌਤਕ ਦੇਖ ਕੇ ਉਸਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਹੇ ਨਾਨਕੀ ਤੂੰ ਆਪਣੇ ਵੀਰ ਨੂੰ ਆਪਣੇ ਕੋਲ ਲੈ ਜਾ। ਬੇਬੇ ਨਾਨਕੀ ਜੀ ਸੁਲਤਾਨਪੁਰ ਭਾਈਆ ਜੈ ਰਾਮ ਜੀ ਦੇ ਨਾਲ ਵਿਆਹੇ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਲੈ ਗਏ ਸੁਲਤਾਨਪੁਰ। ਉੱਥੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਕੰਮ ਲਗਾ ਦਿੱਤਾ। ਕੰਮ ਕਾਰ ਕਰਦੇ ਰਹੇ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਵਿਚਾਰਿਆ ਕਿ ਨਾਨਕ ਨੂੰ ਜਿਸ ਕੰਮ ਲਈ ਭੇਜਿਆ ਸੀ
ਉਹ ਤਾਂ ਹੋਰ ਹੀ ਕੰਮ 'ਚ ਲੱਗ ਗਿਆ, ਜੰਜਾਲ ਵਿੱਚ ਫਸ ਗਿਆ, ਮੋਦੀ ਖਾਨੇ ਵਿੱਚ ਬੈਠਾ ਹੈ, ਕੰਮ ਕਰਦਾ ਹੈ। ਵਰੁਣ ਦੇਵਤੇ ਨੂੰ ਭੇਜਿਆ ਕਿ ਜਾ ਕੇ ਸਾਡਾ ਸੰਦੇਸ਼ਾ ਦਿਓ ਕਿ ਅਕਾਲ ਪੁਰਖ ਵਾਹਿਗੁਰੂ ਨੇ ਸੱਦਿਆ ਹੈ। ਉਸਨੇ ਖਬਰ ਭੇਜੀ, ਗੁਰੂ ਸਾਹਿਬ ਜੀ ਵੇਈ ਨਦੀ ਵਿੱਚ ਚੁੱਭੀ ਮਾਰੀ ਔਰ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਪਹੁੰਚ ਗਏ। 3 ਦਿਨ ਤੱਕ ਅਲੋਪ ਰਹੇ। ਤੀਜੇ ਦਿਨ ਸੰਤ ਘਾਟ ਨਾਮੇ ਅਸਥਾਨ ਤੇ ਪ੍ਰਗਟ ਹੋਏ ਔਰ ਉੱਥੇ ਜਦੋਂ ਆ ਕਰਕੇ ਦੇਖਿਆ ਕਿ ਮੋਦੀ ਖਾਨੇ ਦਾ ਜੰਦਰਾ ਵੱਜਿਆ ਹੋਇਆ, ਜੰਦਰੇ ਖੁਲਵਾ ਕੇ ਸਭ ਵਸਤੂਆਂ ਲੁਟਾ ਦਿੱਤੀਆਂ। ਫਿਰ ਮਸਾਣਾ ਵਿੱਚ ਜਾ ਬੈਠੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ 3 ਵਾਰੀ ਸੱਚਖੰਡ ਗਏ ਸਣ ਦੇਹੀ। ਸੋ ਪਹਿਲੀ ਵਾਰੀ ਤਾਂ ਵੇਈ ਨਦੀ 'ਚ ਇਸ਼ਨਾਨ ਕਰਦਿਆਂ ਸਮੇਂ ਸੱਚਖੰਡ ਗਏ ਸਨ। ਦੂਜੀ ਵਾਰੀ ਸੁਮੇਰ ਪਰਬਤ ਤੋਂ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਸੱਚਖੰਡ ਗਏ ਸਨ। ਤੀਜੀ ਵਾਰੀ ਧਰੁਵ ਮੰਡਲ ਤੋਂ ਭਾਈ ਬਾਲਾ ਤੇ ਮਰਦਾਨਾ ਨੂੰ ਛੱਡ ਕੇ ਸੱਚਖੰਡ ਗਏ। ਤਿੰਨੋਂ ਵਾਰੀ ਸੋਦਰ ਦੀ ਪੌੜੀ ਉਚਾਰਨ ਕੀਤੀ ਔਰ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਇੱਕ ਮੰਤਰ ਦਿੱਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰ ਪ੍ਰਸਾਦ ਤੱਕ ਇਹ ਮੰਤਰ ਦਿੱਤਾ ਕਿ ਹੇ ਨਾਨਕ, ਇਸੇ ਮੰਤਰ ਨੂੰ ਜਪਾ ਕਰਕੇ ਸਾਰੀ ਲੁਕਾਈ ਨੂੰ ਧਾਰਨਾ ਹੈ। ਤੇ ਫਿਰ ਕਿਹਾ ਕਿ ਇਹਦੇ ਉੱਪਰ, ਇਸ ਮੰਤਰ ਦੇ ਉੱਪਰ ਆਪ ਦੀ ਮੋਹਰ ਲਗਾ। ਤਾਂ ਬਾਬੇ ਨਾਨਕ ਨੇ ਉਚਾਰਨ ਕੀਤਾ, ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਮੋਹਰ ਲਗਾ ਦਿੱਤੀ, ਮੁਕੰਮਲ ਇਹ ਮੂਲ ਮੰਤਰ ਬਣ ਗਿਆ। ਕਿਹਾ ਇਸੇ ਮੰਤਰ ਨੂੰ ਜਪਾ ਕੇ ਸਾਰੇ ਜਗਤ ਦੇ ਲੋਕਾਂ ਨੂੰ ਤਾਰਨਾ ਹੈ। ਸੋ ਸ੍ਰੀ ਜਪਜੀ ਸਾਹਿਬ ਅਤੇ ਰਹਿਰਾਸ ਸਾਹਿਬ ਤੇ ਆਸਾ ਰਾਗ ਵਿੱਚ 3 ਪੌੜੀਆਂ ਹਨ ਸੋਦਰ ਦੀਆਂ। ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਵਾਲੇ ਸੋਦਰ ਦੀ ਪੌੜੀ ਵਿੱਚ ਕੁਝ ਕੁ ਲੱਗਾ ਮਾਤਰਾ ਦਾ ਫਰਕ ਹੈ, ਪਰ ਆਸਾ ਰਾਗ ਵਾਲੇ ਸੋਦਰ ਦੀ ਪੌੜੀ ਵਿੱਚ ਬਹੁਤ ਸਾਰਾ ਫਰਕ ਹੈ। ਇਸ ਤਰ੍ਹਾਂ ਜਦੋਂ ਆਏ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਔਰ ਉਸੇ ਸਮੇਂ ਜਦੋਂ ਮਸਾਣਾ 'ਚ ਬੈਠੇ ਸਨ, ਬਾਬਾ ਕਾਲੂ ਜੀ ਨੇ ਮਰਦਾਨੇ ਨੂੰ ਭੇਜਿਆ ਕਿ ਜਾ ਪਤਾ ਲੈ ਕੇ ਆ। ਪਤਾ ਲੈਣ ਆਏ ਭਾਈ ਮਰਦਾਨਾ ਜੀ ਤੇ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆ ਤੂੰ ਸਾਡੇ ਨਾਲ ਰਹੋ। ਕਿਹਾ ਮਹਾਰਾਜ ਘਰ-ਬਾਰ ਛੱਡ ਕਰਕੇ ਤੁਸੀਂ ਤਾਂ ਉਜਾੜਾਂ 'ਚ ਮਸਾਣਾ 'ਚ ਬੈਠਣਾ ਹੈ, ਉਜਾੜਾਂ 'ਚ ਫਿਰਨਾ ਹੈ। ਮੈਂ ਭੁੱਖਾ ਤਿਹਾਇਆ ਮਰ ਜਾਵਾਂਗਾ, ਸਾਡੇ ਪਰਿਵਾਰ ਦਾ ਕੀ ਹੋਵੇਗਾ। ਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਕੇ ਭਾਈ ਮਰਦਾਨੇ ਦੀ ਨੰਗ ਭੁੱਖ ਦੂਰ ਕਰ ਦਿੱਤੀ। ਫਿਰ ਕਿਹਾ ਬੇਬੇ ਨਾਨਕੀ ਜੀ ਕੋਲ ਭੇਜਿਆ, ਜਾ 5 ਰੁਪਈਏ ਲੈ ਕੇ ਆ। 5 ਰੁਪਈਏ ਲੈ ਕੇ ਆਏ। ਕਿਹਾ ਜਾ ਫਿਰੰਦੇ ਰਬਾਬੀ ਕੋਲੋਂ ਰਬਾਬ ਖਰੀਦ ਕੇ ਲਿਆ। ਰਬਾਬ ਖਰੀਦ ਕੇ ਲਿਆਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਰਬਾਬ ਵਜਾਉਣੀ ਸਿਖਾਈ। ਫਿਰ ਕੀਰਤਨ ਕਰਨ ਲੱਗੇ, ਨਾਲ ਲੈ ਕਰਕੇ ਉਦਾਸੀਆਂ ਧਾਰਨ ਕੀਤੀਆਂ। 4 ਉਦਾਸੀਆਂ ਧਾਰਨ ਕੀਤੀਆਂ। ਸੋ ਪਹਿਲੀ ਉਦਾਸੀ ਸਮੇਂ ਪੂਰਬ ਦੀ ਯਾਤਰਾ ਕੀਤੀ। ਇੱਧਰ ਸਾਰੇ ਪ੍ਰਯਾਗਰਾਜ ਹੁੰਦੇ ਜਿਤਨੇ ਵੀ ਪੂਰਬ ਦਿਸ਼ਾ ਵੱਲ ਤੀਰਥ ਸੰਸਾਰੇ ਤੀਰਥਾਂ ਤੇ ਰਟਣ ਕਰਦੇ ਹੋਏ, ਹਰੀਦੁਆਰ ਆਦਿਕ ਉੱਥੇ ਪਖੰਡ ਦਾ ਦੂਰ ਕਰਦੇ ਹੋਏ, ਬ੍ਰਾਹਮਣਾਂ ਦਾ ਹੰਕਾਰ ਦੂਰ ਕਰਦੇ ਹੋਏ ਆਏ। ਗਿਆ ਸ਼ਹਿਰ 'ਚ ਆਏ। ਗਿਆ ਸ਼ਹਿਰ ਫਲਗੂ ਨਦੀ ਦੇ ਕੰਢੇ ਦੇਵ ਘਾਟ ਹੈ। ਉੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਚਰਨ ਪਾਏ ਸੀ। ਇਨ੍ਹਾਂ ਦਿਨਾਂ 'ਚ ਜੋ ਅੱਜ ਸਰਾਧਾਂ ਦੇ ਦਿਨ ਚੱਲ ਰਹੇ ਹਨ, ਪਿਤਰੀ ਪੱਛ ਦਾ 15 ਦਿਨ ਮੇਲਾ ਲੱਗਦਾ ਉੱਥੇ ਗਿਆ ਸ਼ਹਿਰ 'ਚ। ਪੂਰੇ ਵਿਸ਼ਵ ਵਿੱਚ ਇੱਕ ਮਾਤਰ ਅਸਥਾਨ ਹੈ ਗਿਆ ਸ਼ਹਿਰ, ਜੋ ਗਿਆ ਸੁਰ ਦੈਂਤ ਦੇ ਨਾਮ ਤੇ ਵਸਿਆ ਹੈ। 15 ਦਿਨ ਪਿਤਰੀ ਪੱਛ ਦਾ ਮੇਲਾ ਲੱਗਦਾ। ਲੋਕ ਆਪਣੇ ਪਿਤਰਾਂ ਦੇ ਨਿਮਿਤ ਪਿੰਡ ਦਾਨ ਕਰਦੇ ਹਨ। ਦੀਵੇ ਬਾਲ ਕਰਕੇ, ਜਵਾਂ ਦੀਆਂ ਪਿੰਨੀਆਂ ਵੱਟ ਕਰਕੇ ਪਿੰਡ ਦਾਨ ਕਰਦੇ ਹਨ। ਔਰ ਇੱਥੇ ਹੀ ਇੱਕ ਪੌਰਾਣਿਕ ਕਥਾ ਹੁੰਦੀ ਹੈ। ਜਦੋਂ ਸ੍ਰੀ ਰਾਮ ਚੰਦਰ ਜੀ ਗਏ ਆਪਣੇ ਪਿਤਾ ਦਸ਼ਰਥ ਜੀ ਦਾ ਸਰਾਧ ਕਰਨ ਪਿਤਰੀ ਪੱਛ ਦੇ ਮੇਲੇ 'ਚ, ਤੇ ਸੀਤਾ ਜੀ ਨਾਲ ਸਨ,
ਤੇ ਬ੍ਰਾਹਮਣ ਨੇ ਪੰਡੇ ਨੇ ਕਿਹਾ ਕਿ ਜਾਓ ਸਮੱਗਰੀਆਂ ਲੈ ਆਓ। ਸਮੱਗਰੀ ਲਿਆਉਣ 'ਚ ਦੇਰੀ ਹੋ ਗਈ, ਮਹੂਰਤ ਨਿਕਲਿਆ ਜਾ ਰਿਹਾ ਸੀ ਤੇ ਕਿਹਾ ਕਿ ਹੁਣ ਮਹੂਰਤ ਨਿਕਲ ਰਿਹਾ ਹੈ ਤੇ ਪਿੰਡ ਦਾਨ ਇਸੇ ਵੇਲੇ ਕਰਨਾ ਜ਼ਰੂਰੀ ਹੈ। ਤੇ ਰਾਮਚੰਦਰ ਜੀ ਤਾਂ ਆਏ ਨਹੀਂ ਤੇ ਕਿਹਾ ਤੁਸੀਂ ਕਰ ਦਿਓ, ਪਿੰਡ ਦਾਨ ਕਰ ਦਿਓ। ਮੈਂ ਹਾਂ ਇੱਥੇ, ਤੇ ਫਲਗੂ ਨਦੀ ਵੀ ਜਾਮਨ ਹੈ। ਪਿੰਡ ਦਾਨ ਕਰ ਦਿੱਤਾ। ਸਮੱਗਰੀ ਲੈ ਕੇ ਰਾਮਚੰਦਰ ਜੀ ਆਏ ਤੇ ਪੰਡੇ ਨੇ ਕਿਹਾ ਕਿ ਪਿੰਡ ਦਾਨ ਤਾਂ ਹੋ ਚੁੱਕਿਆ, ਤੁਸੀਂ ਲੇਟ ਹੋ ਗਏ, ਦੇਰੀ ਕਰ ਦਿੱਤੀ। ਕਿਹਾ ਇਹਦਾ ਕੀ ਸਬੂਤ ਹੈ ਕਿ ਪਿੰਡ ਦਾਨ ਹੋ ਗਿਆ? ਕਿਹਾ ਫਲਗੂ ਨਦੀ ਤੋਂ ਪੁੱਛ ਲਓ, ਸੀਤਾ ਜੀ ਤੋਂ ਪੁੱਛ ਲਓ ਤੇ ਫਲਗੂ ਨਦੀ ਤੋਂ ਪੁੱਛ ਲਓ। ਜਦੋਂ ਫਲਗੂ ਨਦੀ ਨੂੰ ਸੀਤਾ ਜੀ ਨੂੰ ਪੁੱਛਿਆ ਕਿ ਹਾਂ ਜੀ ਪਿੰਡ ਦਾਨ ਹੋ ਗਿਆ, ਫਲਗੂ ਨਦੀ ਨੂੰ ਪੁੱਛਿਆ ਤੇ ਉਸਨੇ ਵੀ ਹਾਮੀ ਭਰ ਦਿੱਤੀ। ਤਾਂ ਰਾਮਚੰਦਰ ਜੀ ਨੇ ਕਿਹਾ ਤੂੰ ਹਮੇਸ਼ਾ ਸੁੱਕੀ ਰਹੇਂਗੀ। ਸੋ ਉੱਥੇ ਗਿਆ ਸ਼ਹਿਰ ਵਿੱਚ ਫਲਗੂ ਨਦੀ ਵਗਦੀ ਹੈ, ਸਦਾ ਸੁੱਕੀ ਰਹਿੰਦੀ ਹੈ, ਰੇਤ ਹੀ ਰੇਤ ਹੈ। ਪਾਣੀ ਕਦੇ ਕਦੇ ਆਉਂਦਾ ਹੈ, ਬਰਸਾਤਾਂ ਦੇ ਦਿਨਾਂ 'ਚ 1 ਘੰਟੇ 'ਚ ਉਹ ਪਾਣੀ ਸਾਰਾ ਸੁੱਕ ਜਾਂਦਾ ਹੈ। ਸੋ ਰਾਮਚੰਦਰ ਜੀ ਦੇ ਸਰਾਪ ਦੇ ਨਾਲ ਫਲਗੂ ਨਦੀ ਸੁੱਕੀ ਹੈ ਅੱਜ ਤੱਕ। ਉੱਥੇ ਬਾਬੇ ਨਾਨਕ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਦੀਵਾ ਮੇਰਾ ਏਕ ਨਾਮ ਦੁਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੌਖਿਆ ਚੂਕਾ ਜਮ ਸਿਉ ਮੇਲ। हे ਪੰਡਤੋ ਅੰਤਰੀਵ ਦੀਵਾ ਬਾਲੋ, ਗਿਆਨ ਰੂਪੀ ਨਾਮ ਰੂਪੀ ਦੀਵਾ ਬਾਲੋ, ਤਾਂ ਅੰਦਰ ਚਾਨਣਾ ਹੋਵੇਗਾ, ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ। ਉੱਥੋਂ ਫਿਰ ਗੁਰੂ ਸਾਹਿਬ ਜੀ ਰਾਜਗੀਰ ਚਲੇ ਗਏ ਜਿੱਥੇ ਸੀਤਲ ਕੁੰਡ ਗੁਰਦੁਆਰਾ ਸਾਹਿਬ ਹੈ, ਔਰ ਉਸੇ ਸਮੇਂ ਮਲਮਾਸ ਦਾ ਮੇਲਾ ਲੱਗਿਆ ਹੋਇਆ ਸੀ। ਗਿਆ ਸ਼ਹਿਰ 'ਚ ਪਿਤਰੀ ਪਛ ਦਾ ਮੇਲਾ ਲੱਗਿਆ ਸੀ ਤੇ ਰਾਜਗੀਰ ਗਏ ਮਲਮਾਸ। ਹਰ 3 ਸਾਲ ਬਾਅਦ ਮਲਮਾਸ ਆਉਂਦਾ ਹੈ, ਲੀਪ ਈਅਰ ਆਉਂਦਾ ਹੈ ਤੇ 1 ਮਹੀਨਾ ਉੱਥੇ ਮੇਲਾ ਲੱਗਦਾ ਹੈ ਔਰ ਦੂਰੋਂ ਦੂਰੋਂ ਸਾਧੂ ਸੰਤ ਮਹਾਤਮਾ ਆਉਂਦੇ ਹਨ। ਉਸ ਸਮੇਂ ਵੀ ਆਏ ਸਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਨ ਪਾਏ। ਰਾਜਗੀਰ ਗਿਆ ਤੋਂ ਹੋ ਕੇ ਰਾਜਗੀਰ ਗਏ ਸਨ ਤੇ ਉੱਥੇ ਬਹੁਤ ਸਾਰੇ ਕੁੰਡ ਹਨ, 52 ਕੁੰਡ ਹਨ, ਸਾਰੇ ਗਰਮ ਜਲ ਦੇ ਹਨ। ਸੀਤਲ ਜਲ ਦਾ ਕੋਈ ਕੁੰਡ ਨਹੀਂ ਸੀ। ਸਾਧੂ ਸੰਤਾਂ ਨੇ, ਸਰਦਾਲੂਆਂ ਨੇ ਬੇਨਤੀ ਕੀਤੀ ਮਹਾਰਾਜ ਸਾਰੇ ਕੁੰਡ ਗਰਮ ਜਲ ਦੇ ਹਨ, ਕੋਈ ਸੀਤਲ ਕੁੰਡ ਪ੍ਰਗਟ ਕਰੋ। ਤਾਂ ਉੱਥੇ ਬਾਬੇ ਨਾਨਕ ਨੇ ਸ਼ਬਦ ਉਚਾਰਨ ਕੀਤਾ। ਸੰਧਿਆ ਵੇਲੇ ਸਾਰੀ ਸੰਗਤ ਜੁੜੀ ਤੇ ਉੱਥੇ ਸ੍ਰੀ ਰਾਗ ਮਹੱਲਾ 5ਵਾਂ, ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ 4, ਪੱਬਣ ਕੇਰੇ ਪਦ ਜਿਉ ਢਲ ਢੁਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨ ਹੁੱਲਾ, ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਇਹ ਸ਼ਬਦ ਉਚਾਰਨ ਕੀਤਾ, ਆਪਣੇ ਚਰਨ ਧਰਤੀ 'ਚ ਮਾਰੇ ਤੇ ਉੱਥੇ ਪਾਣੀ ਦਾ ਫੁਹਾਰਾ ਨਿਕਲਿਆ और इतना निर्मल और शीतल जल निकलिया कि सारे साधु संत बड़े प्रसन्न होए। उत्थे आज भी वो शीतल कुंड मौजूद है। संगतां रोजाना करन जांदियां हन। श्री गुरु नानक देव जी महाराज ने जोगियां दे मठां च ब्राह्मणां नूं तीर्थां दे किनारे ते काजियां नूं उपदेश दिता। बाबा गया बगदाद नूं, मक्का मदीना सब निभाया। मक्का मदीना सब निभाया। उत्थे मक्के दे दर्शन कराए भाई मरदाने नूं। उत्थे इतिहास में जिक्र आउंदा है कि उत्थे श्री गुरु नानक देव जी महाराज 1.25 साल उत्थे मक्के विच रहे और मौलवी बन के उत्थे अजान देंदे रहे। ऐसे गुरु नानक देव जी महाराज बड़े रुकन दीन वर्गे बड़े बड़े पीर पैगंबर औलिए सारे चरना च ढह पे। जदों गुरु नानक देव जी महाराज मदीने गए जिथे मुहम्मद साहब की कबर है, गुरु साहब जी दे उत्थे पहुँचदियां ही वो कबर अपने स्थान तो उठ करके गुरु पातशाह जी दे चरना ते झुक गई। सारे बड़े बड़े काजी मौलाने देख के दंग रह गए कि ये कौन फकीर है जिन्हां दे उपर साडे हजरत मुहम्मद साहब की कबर उठ के अपनी जगह तो चरना च चुकी है। सारे चरना ते ढह पे। उत्थे गुरु साहब जी ने उपदेश दिता। इधर सुल्तानपुर लोधी बेबे नानकी जी याद कर रहे हैं, आराध रहे हैं कि मेरा वीर आवे ते गरम गरम फुलका छके।
ਮੱਕੇ ਬੈਠੇ ਹਨ ਭਾਈ ਬਾਲਾ ਮਰਦਾਨਾ ਦੇ ਨਾਲ। ਅਚਾਨਕ ਕਿਹਾ ਮਰਦਾਨੇ, ਹੇ ਭਾਈ ਬਾਲਾ ਜੀ ਨੇਤਰ ਬੰਦ ਕਰੋ, ਬੇਬੇ ਜੀ ਨੇ ਯਾਦ ਕੀਤਾ ਹੈ, ਹੁਣੇ ਚੱਲਣਾ ਪਵੇਗਾ। ਨੇਤਰ ਬੰਦ ਕੀਤੇ, ਸੁਲਤਾਨਪੁਰ ਆ ਗਏ। ਬੇਬੇ ਨਾਨਕੀ ਜੀ ਨੇ ਗਰਮ ਗਰਮ ਪ੍ਰਸਾਦੇ ਛਕਾਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬੜੇ ਬੜੇ ਸਿੱਧਾਂ ਪੀਰਾਂ ਦਾ ਹੰਕਾਰ ਤੋੜਿਆ, ਉਪਦੇਸ਼ ਦਿੱਤਾ। ਸਭ ਤੋਂ ਪਹਿਲਾ ਉਪਦੇਸ਼ ਸੀ ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਇਹ ਉਪਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ। ਫਿਰ ਕਿਹਾ ਕਿ ਕਾਜੀ ਬੋਲ ਕੂੜ ਮੁਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤਿੰਨ ਜਿਹੜੇ ਸਨ, ਜੋਗੀ, ਬ੍ਰਾਹਮਣ ਤੇ ਕਾਜੀ, ਇਹ ਜਗਤ ਦੇ ਤਾਰਨ ਵਾਸਤੇ ਇਹ ਕਾਰਕ ਸਨ, ਉਪਦੇਸ਼ਕ ਸਨ। ਪਰ ਇਹ ਆਪੋ ਆਪਣਾ ਕੰਮ ਛੱਡ ਕਰਕੇ ਔਰ ਹੋਰ ਕੰਮਾਂ ਵਿੱਚ ਲੱਗ ਗਏ। ਸਿੱਧ ਸੁਮੇਰ ਪਰਬਤ ਤੇ ਜਾ ਬੈਠੇ, ਕੋਈ ਗੁਫਾ ਵਿੱਚ, ਕੋਈ ਕੰਦਰਾਂ ਵਿੱਚ, ਕੋਈ ਜੰਗਲਾਂ ਵਿੱਚ। ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਗ੍ਰਸਤ ਆਸ਼ਰਮ ਧਾਰਨ ਕਰਕੇ ਔਰ ਗ੍ਰਸਤੀ ਬਣੋ, ਔਰ ਸਭ ਤੋਂ ਉੱਚਾ ਔਰ ਸੁੱਚਾ ਆਸ਼ਰਮ ਗ੍ਰਸਤ ਆਸ਼ਰਮ ਹੈ। ਇਸੇ ਗ੍ਰਸਤ ਆਸ਼ਰਮ ਤੋਂ ਤਿੰਨ ਆਸ਼ਰਮ ਨਿਕਲੇ ਹਨ, ਬ੍ਰਹਮਚਰਜ, ਬਾਣਪ੍ਰਸਥ ਤੇ ਸੰਨਿਆਸ। ਇਹ ਤਿੰਨ ਇਹ ਸਾਖਾਂ ਹਨ, ਟਾਹਣੀਆਂ ਹਨ। ਮੂਲ ਹੈ ਇਹ ਗ੍ਰਸਤ ਆਸ਼ਰਮ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਗ੍ਰਸਤੀ ਬਣੇ। ਉਹਨਾਂ ਦੇ ਦੋ ਸਾਹਿਬਜ਼ਾਦੇ ਸਨ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ, ਔਰ ਆਪ ਗ੍ਰਸਤੀ ਬਣੇ। ਸਾਰਿਆਂ ਨੂੰ ਗ੍ਰਸਤੀ ਬਣਨ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਦੇਸ਼ ਦੇ ਸੰਤਰਾਂ ਦਾ ਰਟਣ ਕਰਦੇ ਹੋਏ ਸਾਰਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਜਦੋਂ ਹਰਿਦੁਆਰ ਗਏ ਗੁਰੂ ਸਾਹਿਬ ਜੀ, ਉੱਥੇ ਇੱਕ ਨਾਨੂ ਪੰਡਤ, ਜਿਸ ਨੇ ਭਵਿੱਖਤ ਪੁਰਾਣ ਪੜ੍ਹ ਕਰਕੇ ਔਰ ਆਪਣਾ ਨਾਮ ਨਾਨਕ ਰਖਾ ਲਿਆ ਸੀ, ਸਾਰਿਆਂ ਨੂੰ ਕਹਿੰਦਾ ਕਿ ਮੇਰੇ ਬਾਰੇ ਹੀ ਜ਼ਿਕਰ ਹੈ ਭਵਿੱਖਤ ਪੁਰਾਣ ਵਿੱਚ ਕਿ ਕਲਯੁਗ ਵਿੱਚ ਨਾਨਕ ਦਾ ਅਵਤਾਰ ਹੋਵੇਗਾ। ਤੇ ਉੱਥੇ ਜਦੋਂ ਗੁਰੂ ਸਾਹਿਬ ਜੀ ਗਏ ਤਾਂ ਪਟਨੇ ਸ਼ਹਿਰ ਦਾ ਰਾਜਾ, ਇੱਕ ਰਾਜਾ ਤਾਂ ਦੁਸ਼ਮਣ ਰਾਜੇ ਨੇ ਮਾਰ ਦਿੱਤਾ, ਰਾਣੀ ਔਰ ਉਸ ਦਾ ਪੁੱਤਰ ਦੋਵੇਂ ਗਏ ਉੱਥੇ। ਮਹਾਰਾਜ ਸਾਡਾ ਰਾਜ ਭਾਗ ਖੁੱਸ ਗਿਆ ਹੈ, ਕਿਰਪਾ ਕਰੋ ਰਾਜ ਭਾਗ ਪੁਨः ਪ੍ਰਾਪਤ ਹੋ ਜਾਏ। ਕਿਆ ਇੱਕ ਕੋਰਾ ਉਹ ਜਾਂਦਿਆਂ ਹੋਇਆ ਰਾਹ ਵਿੱਚ ਇੱਕ ਹਰਨ ਦਾ ਸ਼ਿਕਾਰ ਕੀਤਾ ਸੀ ਰਾਜਕੁਮਾਰ ਨੇ, ਤੇ ਕਿਆ ਇੱਕ ਕੋਰਾ ਮਟਕਾ ਲਿਆਓ, ਤੇਲ ਮਸਾਲੇ ਲਿਆ ਕਰਕੇ ਔਰ ਮਾंस ਨੂੰ ਕੱਟ ਵੱਢ ਕੇ ਸਮਾਰ ਕੇ ਇਸ ਮਟਕੇ ਵਿੱਚ ਪਾ ਦਿਓ ਔਰ ਚੁੱਲ੍ਹਾ ਬਾਲ ਕਰਕੇ ਅੱਗ ਤੇ ਧਰ ਦਿਓ। ਸਭ ਕੁਝ ਹੁਕਮ ਅਨੁਸਾਰ ਕੀਤਾ। ਧੂੰਆਂ ਉੱਠਿਆ। ਸਾਰੇ ਬ੍ਰਾਹਮਣਾਂ ਨੇ ਦੇਖਿਆ ਕਿ ਇਹ ਪੁਰਬ ਦੇ ਦਿਨਾਂ 'ਚ ਮਾंस ਰਿੰਨ ਰਹੇ ਹਨ। ਤਾਂ ਸਾਰੇ ਪੰਡਿਤ ਆਏ ਇਕੱਠੇ ਹੋ ਕੇ ਕਿ ਤੁਸੀਂ ਸਾਧੂਆਂ ਵਾਲਾ ਬਾਣਾ ਪਹਿਨਿਆ ਹੋਇਆ ਹੈ ਔਰ ਤੁਸੀਂ ਮਾंस ਰਿੰਨ ਰਹੇ ਹੋ ਪੁਰਬਾਂ ਦੇ ਦਿਨ 'ਚ। ਤੇ ਸਾਰਿਆਂ ਨੇ ਕਿਹਾ ਕਿ ਮਾਰੋ ਇਸ ਨੂੰ, ਇਹ ਦੁਸ਼ਟ ਹੈ, ਪਾਪੀ ਹੈ। ਕਿਹਾ ਮਾਰਨਾ ਚਾਹੁੰਦੇ ਹੋ ਤੇ ਮਾਰ ਲਓ, ਜੇ ਚਰਚਾ ਕਰਨੀ ਚਾਹੁੰਦੇ ਹੋ ਚਰਚਾ ਕਰ ਲਓ। ਕਿਹਾ ਪਹਿਲਾਂ ਚਰਚਾ ਕਰ ਲਈਏ ਇਸ ਦੇ ਨਾਲ। ਤੇ ਸਾਰਿਆਂ ਤੋਂ ਮੁਖੀ ਨਾਨੂ ਪੰਡਤ ਸੀ, ਉਸਨੇ ਬੜੀ ਚਰਚਾ ਕੀਤੀ ਪਰ ਗੁਰੂ ਸਾਹਿਬ ਜੀ ਨੂੰ ਜਿੱਤ ਨਾ ਸਕਿਆ, ਹਾਰ ਗਿਆ। ਫਿਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਤੁਸੀਂ ਐਵੇਂ ਖਾਮ ਰੌਲਾ ਪਾਉਂਦੇ ਹੋ, ਝਗੜਾ ਕਰਦੇ ਹੋ। ਉੱਥੇ ਹੀ ਸ਼ਬਦ ਉਚਾਰਨ ਕੀਤਾ ਮਲਾਰ ਕੀ ਬਾਰ ਵਿੱਚ, ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੈ ਪਾਪ ਸਮਾਣੇ, ਗੰਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਇਹ ਸਾਰਾ ਸ਼ਬਦ ਉੱਥੇ ਨਾਨੂ ਪੰਡਤ ਦੇ ਪਰਥਾਏ ਉਚਾਰਨ ਕੀਤਾ। ਤੇ ਜਦੋਂ ਪਤਾ ਲੱਗਿਆ ਕਿ ਇਹ ਮਾंस ਨਹੀਂ, ਉਹ ਸਾਰਾ ਕੜਾਹ ਪ੍ਰਸਾਦ ਬਣ ਗਿਆ। ਜਦੋਂ ਢੱਕਣ ਖੋਲ ਕੇ ਦੇਖਿਆ ਦੇਖਦਾ ਤੇ ਕੜਾਹ ਪ੍ਰਸਾਦ ਹੈ, ਤੇ ਸਾਰਿਆਂ ਦੀ ਤਸੱਲੀ ਹੋ ਗਈ। ਉਸ ਵੇਲੇ ਚਰਨਾਂ ਤੇ ਢਹਿ ਪਿਆ ਨਾਨੂ ਪੰਡਤ, ਕਹਿਣ ਲੱਗਿਆ ਮਹਾਰਾਜ ਮੈਂ ਤਾਂ ਨਾਨੂ ਪੰਡਤ ਹਾਂ, ਮੈਂ ਭਵਿੱਖਤ ਪੁਰਾਣ ਪੜ੍ਹ ਕਰਕੇ ਔਰ ਆਪਣਾ ਨਾਮ ਨਾਨਕ ਰੱਖ ਲਿਆ ਸੀ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਸਤਗੀਰ ਦੇ ਚੇਲੇ ਨੂੰ ਜਦੋਂ ਗਏ ਬਗਦਾਦ, ਉੱਥੇ
बाहर बाहर डेरा किया, अमृत वेले जपजी साहिब का पाठ किया ते पंक्ति आई, पाताला पाताल लख आगासा आगास। फिर शब्द गायन किया, रबाब बजा के भाई मरदाने ने। दस्तगीर का चेला बाहर आया होया सी, दो गल्लां अनहोणियां देख करके आके अपने गुरु नूं दस्सिया कि त्रै फकीर आए हुए हैं, एक तां साडे कुरान शरीफ दे उल्ट गल्लां कर रहा है, फिर दूजा राग गाउणा बगदाद विच वर्जित है, उसने राग भी गाया है। ते कहा कि उसनूं सद के लियाओ मेरे पास। खबर की क्या कुछ मेरे गुरु थानू सद रहे हैं, कहने जिन्हों लोड़ होएगी वो आपे आएगा, असी इत्थे बैठे हाँ। ते गुरु साहब जी दे पास अपने चेले नूं भेजिया कि और कहा कि साडे कुरान शरीफ च 7 पाताल 7 आकाश लिखे हुए हैं, तुसी लखां आकाश लखां पाताल किवें कह दिता? क्या थोड़े मुहम्मद साहब नूं 7 आकाश 7 पाताल दा पता सी, जानकारी सी, उन्होंने 7 आकाश पाताल लिखे, सानू लखां दी जानकारी, असी लख कह दिता? होर इतों भी परे हो सकते हैं, क्या सानू यकीन नहीं? कहते यकीन नहीं तो चल मेरे नाल, मैं दिखा सकदा। नेत्र बंद किते दस्तगीर दे चेले ने, ऊपर उड़न लगे, 1 आकाश 2 आकाश 3 किन्ने ही आकाश, अंत ही नहीं आउंदा। महाराज मैं तो थक गया, हुण पाताल दे दर्शन कराओ। पाताल दे दर्शन कराए, कितने ही पाताल हैं, मुख 7 पाताल मन्ने हैं, और अतल बितल सुतल तलातल रसातल महातल ते पाताल, ये 7 पाताल मन्ने हैं। ते 6वें नंबर ते रसातल है, 7वें नंबर ते पाताल है। पातालपुरी भी जदों गुरु नानक देव जी महाराज गए, उत्थे संगतां जुड़ियां बैठियां, दीवान सजिया होया है, और जदों गुरु नानक देव पातशाह जी गए, उच्चे स्थान ते बिठा करके दीवे बाल के आरती की। आरती करन तो बाद फिर कड़ाह प्रसाद की देग वरताई गई। उतों एक डोने च कड़ाह प्रसाद लैके किणका किणका सारे पतालों चों प्रसाद लैके आए। ते जदों आए ते उत्थे एक छेण दा समा बतीत होया सी, जद के दुनिया विच 2-2.5 साल दा समा बतीत हो चुकिया सी। तसल्ली हो गई, वो चरना ते ढह पिया। जिस दस्तगीर पीर दा हुक्म राजा भी मनदा सी। बड़े कौतक दिखाए गुरु नानक देव पातशाह जी ने, जिन्होंने अज तक कोई जित नहीं सकिया। बड़े तो बड़ा विद्वान पंडित जोगी काजी मौलाने जित ना सके, सारिਆਂ ਨੂੰ हराया, सारिਆਂ ਨੂੰ निभाया, चरनी लगाया। 9 खंड 7 दीपां 7 समुद्रां 18 टापूआं ते सिੱਖੀ ਦਾ प्रचार किया गुरु नानक देव पातशाह जी ने। जदों तीजी बारी सचखंड गए ध्रुव मंडल तो, तां क्या है नानक अजे किन्ना काम बाकी है? महाराज 7 दीपां 7 समुद्रां 18 टापूआं च सिੱਖੀ प्रगट कर दिती है, हुण 9 खंड बाकी हैं। क्या जा 9 खंडां विच भी सिੱਖੀ प्रगट करके फिर मेरे कोल आ जाई। ते 9 खंडां विच विचरण करन लगे। जदों इलाब्रत खंड विच पहुँचे, उत्थे शेर ही शेर सन, होर कोई दूजा जानवर नज़र नहीं आया। और शेरां दे शरीर इन्ने कमज़ोर दुर्बल सन कि बा मुश्किल वो तुरदे सन। गुरु साहब जी दे दर्शन किते, उन्हां दा सुभाव बदल गया, मनुखी आवाज़ विच बोलण लगे। गुरु साहब ने पूछा थोड़े शरीर निर्बल क्यों हैं? ते कहा कि महाराज की दसा, नेड़े तेड़े दे दूर दूर तक सारे छोटे जानवर असी मार के खा ले, हुण कोई जानवर बचिया नहीं। फिर असां ने सलाह की, भाई जिउंदे रहन वास्ते भोजन तो चाहिदा है, मांस तो चाहिदा है। ते सलाह बनी जेड़ा रात नूं सौ जावे शेर, उसनूं मार के आपां खा लिया करिए। सो इस तरह जड़ा सौ जाता असी मार के खा लेंदे हैं। भुखे तिहाए शरीर कमज़ोर हो गए। गुरु नानक पातशाह जी ने कहा
कि भाई तुसी हुण पशु जून विच शेर हो, तुहानू मनुख जून विच लिया करके शेर बनावांगे। वो वादा पूरा किया दसम पिता जी ने। केसगढ़ की धरती ते विसाखी की पहली नूं जदों देखिया कि वो सारे जड़े शेर सन इलाब्रत खंड विच पहले जामे च मिले सन, वो मनुख बने हुए हैं। उन्होंने खंडे बाटे का अमृत छका करके खिताब सिंह का खिताब दिता। सिंह शेर, पहला भी शेर सन, हुण भी शेर बना दिता, पर मनुखी जामे विच। इस तरह गुरु नानक देव पातशाह जी ने जो जो वचन कीते पहले जामे विच, वो 10वें जामे विच पूरे कीते। गुरु नानक देव पातशाह जी ने जदों सिੱਖੀ परखी या चारे उदासियां संपूर्ण करके करतारपुर साहब नगर वसाया, जिथे प्रतख लंगर चलाया उत्थे नाम बाणी का भी लंगर चलाया, और उत्थे ही सिੱਖੀ परखी। जदों और फसल पक गई तो गुरु साहब ने कहा फसल वढ़ के लिया के बोल लगा दो। फिर गुरु साहब जी ने कहा कि अग ला के साड़ दो। महाराज इन्नी मेहनत करी है, फसल पकाई है, तुसी कहंदे साड़ दो, असी खावांगे की? कहंदे साड़ दो इसनू। सिद्दकी सिखा ने अग ला के अनाज सारा साड़ दिता। फिर कहा कि 2 टाइम का लंगर जो चलता है, एक टाइम का बंद कर दो, एक टाइम लंगर तैयार होवेगा। जेड़े सिख लंगर छकण लई इकट्ठे होए सन करतारपुर साहब, वो खिसक गए। हौली हौली गुरु साहब ने 2वें टाइम का लंगर बंद करा दिता। होर सारे सिख खिसक गए, थोड़े जे रह गए। फिर गुरु नानक पातशाह जी ने कौतक रचिया और कुत्ते कुत्तियां ना ले लिया, एक मोटा सोटा ले लिया, एक लक्कड़ का छुरा कमर कसे बन लिया, जिसका प्रमाण गुरबाणी विच आउंदा है। श्री राग विच एक सवान दोए सवानी नाल, भलके भौंके सदा बयाल, कूड़ छुरा मुठा मुरदार, झूठा छुरा जिहदे नाल कोई बंदा कट्टिया वड्डिया ना जा सकता होवे। लक्कड़ दा छुरा कमर कसे बन लिया, एक मोटा सोटा ले लिया। जिहड़े सिख भज के गए सन जंगल च, दूरों देखिया कि बाबा नानक आ रहा, सानू कुट्टेगा, मोटा सोटा हथ विच है। भजन लगे, कई हिम्मत करके उत्थे ही बैठे रहे। गुरु साहब जी आए, क्या तुसी इत्थे क्यों भज के आके बैठे हो? महाराज असी आप जी दे सिख हाँ। गुरु साहब जी ने पेट ते एक सोटा मारिया। सिख वो हुंदा जो गुरु का हुक्म मन्ने, तुसी कुटने सिख हो, जाओ भज जाओ इथों। फिर सिੱਖੀ परखी गुरु साहब जी ने अखीरली ਪ੍ਰੀਖਿਆ ਲਈ। जदों भाई बुढ़ा साहब, भाई लहणा साहब, भाई साधारण जी, भाई अजिता जी, ये सारे 5-7 सिख ही रहे। उजाड़ा में तुरे जा रहे हैं, उजाड़ा में एक मुर्दा पिया है। तो भाई बुढ़ा साहब जी ने पहला कहा कि बुढ़िया तू साडे नाल क्यों आ रहा है, जा भज जा अपने घर नूं। महाराज असी आप जी दे सिख हाँ, असी घर जाण लई नहीं आए, असी इत्थे ही रहना है। कहंदे साडे नाल रहना तो मुर्दा खा। उस समय थिड़क गए बाबा बुढ़ा साहब जी, पिछां हट गए। भाई लहणा जी की तरफ देखिया तो भाई लहणा जी मुर्दे दियां परिक्रमा करन लगे। क्या हुण खांदा क्यों नहीं, परिक्रमा करी जांदा है? महाराज मैं आप जी दे हुक्म की उड़ीक कर रहा है। किहड़े पास्यों खावां, सिर वाले पास्यों के पैरां वाले पास्यों? कहंदे सिर तो पैर तक खा जा। जो मुर्दा चादर दे नाल ढकिया होया सी, जदों चादर उठाई तो उतने आकार दा, जिन्ने आकार दा शरीर सी उन्ने आकार दा कड़ा प्रसाद बनया होया। सारे देख के हैरान। गुरु साहब जी ने तो सिर्फ ਪ੍ਰੀਖਿਆ लैनी सी, मुर्दा थोड़ा खुवावना सी। कड़ा प्रसाद बन गया। इम्तिहान विच भाई लहणा साहब पास हो गए। गल दे नाल लगा करके लहणे तो अंगद कर दिता। सो साध संगत जी, गुरु नानक देव पातशाह जी का इतिहास बड़े विस्तार विच है। पंछी आकाश विच उड़ तो सकता है, उडारी मार सकता, पर अंत नहीं पा सकता। मच्छी तारू क्या करे, पंखी क्या आकाश। मच्छी जल विच रहिंदी है, पर जल का अंत नहीं लै सकती। पंछी आकाश च उड़दा है, अंत नहीं लै सकता।
ਇਸੇ ਤਰ੍ਹਾਂ ਤੁਝ ਬੁੱਧੀ ਵਾਲਾ ਇਨਸਾਨ ਗੁਰੂ ਸਾਹਿਬ ਜੀ ਦੇ ਸਮਗਰ ਜਸ ਨੂੰ ਕਥਨ ਨਹੀਂ ਕਰ ਸਕਦਾ, ਅੰਤ ਨਹੀਂ ਪਾ ਸਕਦਾ। ਸੋ ਟੂਕ ਮਾਤਰ ਸੰਖੇਪ ਵਿੱਚ ਅੱਜ ਜੋਤੀ ਜੋਤ ਗੁਰਪੁਰਬ ਸਮਾਵਣ ਦਾ ਅੱਜ ਦਿਹਾੜਾ ਸੀ, ਇਸ ਕਰਕੇ ਟੂਕ ਮਾਤਰ ਇਹ ਕਥਾ ਇਤਿਹਾਸ ਸਰਵਣ ਕਰਾਇਆ। ਹੁਣ ਆਓ ਲੜੀਵਾਰ ਕਥਾ ਦੇ ਨਾਲ ਜੁੜੀਏ। ਰਾਤ ਦੇ ਦੀਵਾਨ ਵਿੱਚ ਵਿਸਥਾਰ ਦੇ ਨਾਲ ਆਪਾਂ ਜੋਤੀ ਜੋਤ ਗੁਰਪੁਰਬ ਦੀ ਕਥਾ ਸਰਵਣ ਕਰਾਂਗੇ। ਸੋ ਸਾਰੇ ਮਾਈ ਭਾਈ ਰਸਨਾ ਪਵਿੱਤਰ ਕਰੀਏ, ਗੱਜ ਵੱਜ ਕੇ ਆਖੀਏ ਸਤਨਾਮ ਵਾਹਿਗੁਰੂ ਜੀ ਸਾਹਿਬ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਸੋ ਸਾਧ ਸੰਗਤ ਜੀ, ਲੜੀਵਾਰ ਕਥਾ ਵਿੱਚ ਮਾਝ ਕੀ ਵਾਰ ਜੋ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਸ਼ਲੋਕ ਮਹੱਲਾ ਤੇ ਪੌੜੀਆਂ ਸਾਰੀਆਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀਆਂ ਹਨ। ਕੁਝ ਕੁ ਮਹੱਲੇ ਜਾਂ ਸ਼ਲੋਕ ਦੂਜੇ ਪਾਤਸ਼ਾਹ ਜੀ ਦੇ ਵੀ ਹਨ। ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਲੋਕ ਆਇਆ ਹੈ। ਇਸ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਨਾਨਕ ਗੁਰ ਸੰਤੋਖ ਰੁਖ ਗੁਰੂ ਧਰਮ। ਸਾਹਿਬ ਜੀ ਫਰਮਾਉਂਦੇ ਹਨ, ਨਾਨਕ ਗੁਰ ਸੰਤੋਖ ਰੁਖ। ਗੁਰੂ ਸਾਹਿਬ ਜੀ ਸੰਤੋਖ ਰੂਪੀ ਰੁਖ ਬਿਰਛ ਹਨ। ਇੱਕ ਬਿਰਛ ਹੁੰਦਾ, ਇੱਕ ਰੁੱਖ ਹੁੰਦਾ ਹੈ। ਬਿਰਛਾਂ ਨੂੰ ਫਲ ਲੱਗਦੇ ਹਨ, ਰੁੱਖਾਂ ਨੂੰ ਫਲ ਨਹੀਂ ਲੱਗਦੇ। ਪੱਤੇ ਲੱਗਦੇ ਹਨ, ਫੁੱਲ ਫਲ ਵੀ ਲੱਗਦੇ ਹਨ ਰੁੱਖਾਂ ਨੂੰ, ਪਰ ਕਿਸੇ ਕੰਮ ਦੇ ਨਹੀਂ। ਸਿਮਲ ਰੁੱਖ ਸਰਾਇਰਾ ਅਧ ਦੀਰਘ ਅਧ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਗ ਬੱਗੇ, ਕੰਮ ਨਾ ਆਵੇ ਪੱਤ। ਸਿਮਲ ਰੁੱਖ ਦੇ ਪੱਤੇ ਵੀ ਕੰਮ ਨਹੀਂ ਆਉਂਦੇ, ਫਲ ਦਾ ਵੀ ਸਵਾਦ ਬਗ ਬੱਕਾ ਹੁੰਦਾ ਹੈ। ਪਰ ਜੋ ਬ੍ਰਿਛ ਦੇ ਟਾਣੇ ਨਾਲ ਫਲ ਲੱਗੇ ਹੁੰਦੇ ਹਨ ਉਹ ਝੁਕੇ ਰਹਿੰਦੇ ਹਨ। ਰੁੱਖ ਹਮੇਸ਼ਾ ਉੱਚਾ ਖੜਾ ਰਹਿੰਦਾ ਹੈ। ਸੋ ਗੁਰੂ ਸਾਹਿਬ ਜੀ ਸੰਤੋਖ ਰੂਪੀ ਬ੍ਰਿਛ ਹਨ। ਧਰਮ ਫੁੱਲ ਫਲ ਗਿਆਨ। ਜਿਸ ਸੰਤੋਖ ਰੂਪੀ ਬ੍ਰਿਛ ਨੂੰ ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਲੱਗਿਆ ਹੈ। ਰਸ ਰਸਿਆ ਹਰਿਆ ਸਦਾ। ਉਹ ਗਿਆਨ ਰੂਪੀ ਫਲ ਆਤਮ ਰਸ ਦੇ ਨਾਲ ਸਦਾ ਰਸਿਆ ਹੋਇਆ ਹੈ। ਪੱਕਾ ਕਰਮ ਧਿਆਨ। ਪਰ ਉਹ ਗਿਆਨ ਰੂਪੀ ਫਲ ਕਿਵੇਂ ਪੱਕਦਾ ਹੈ ਕਿ ਉਪਾਸਨਾ ਰੂਪ ਕਰਮ, ਨਿਸ਼ਕਾਮ ਕਰਮ ਕਰਨ ਦੇ ਨਾਲ ਤੇ ਗੁਰਾਂ ਦੇ ਚਰਨਾਂ ਦੇ ਨਾਲ ਧਿਆਨ ਕਰਨ ਦੇ ਨਾਲ ਉਹ ਫਲ ਪੱਕਦਾ ਹੈ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕੱਛੂ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਕੱਛੂ ਜਿਹੜਾ ਹੈ ਤੇ ਜਲ ਤੋਂ ਬਾਹਰ ਨਿਕਲ ਕੇ ਰੇਤ ਵਿੱਚ ਜੋ ਮਾਦਾ ਕੱਛੂ ਹੈ ਉਹ ਆਂਡੇ ਦਿੰਦੀ ਹੈ ਔਰ ਫਿਰ ਆਂਡੇ ਦੇ ਕੇ ਜਲ ਵਿੱਚ ਚਲੀ ਜਾਂਦੀ ਹੈ। ਜਲ ਵਿੱਚ ਰਹਿੰਦਿਆਂ ਹੋਇਆ ਧਿਆਨ ਉਸ ਦਾ ਆਂਡਿਆਂ ਵੱਲ ਹੁੰਦਾ ਹੈ ਔਰ ਧਿਆਨ ਦੇ ਨਾਲ ਆਂਡਿਆਂ ਨੂੰ ਸੇਵਦੀ ਹੈ, ਪਕਾਉਂਦੀ ਹੈ ਔਰ ਉਹਨਾਂ ਆਂਡਿਆਂ 'ਚੋਂ ਬੱਚੇ ਕੱਛੂ ਦੇ ਨਿਕਲਦੇ ਹਨ, ਉਹ ਰੇਂਗਦੇ ਰੇਂਗਦੇ ਜਲ ਵਿੱਚ ਚਲੇ ਜਾਂਦੇ ਹਨ ਆਪਣੇ ਆਪ। ਸੋ ਇਸੇ ਉਹ ਧਿਆਨ ਦੇ ਨਾਲ ਆਪਣੇ ਆਂਡਿਆਂ ਨੂੰ ਕੱਛੂ ਸੇਵਦਾ ਹੈ ਔਰ ਇਸੇ ਤਰ੍ਹਾਂ ਧਿਆਨ ਦੇ ਨਾਲ ਹੀ ਗਿਆਨ ਰੂਪੀ ਫਲ ਪੱਕਦਾ ਹੈ। ਪਤ ਕੀ ਸਾਧ ਖਾਦਾ ਲਹਿ। ਪਦ ਜੋ ਪਦ ਪ੍ਰਤਿਸ਼ਠਾ ਰੂਪੀ ਪਦ ਦੇ ਪਤੀ ਪਰਮੇਸ਼ਰ ਦੇ ਸਾਧ ਸਵਾਦ ਨੂੰ ਜੋ ਖਾਂਦਾ ਹੈ ਉਹ ਪਤੀ ਪਰਮਾਤਮਾ ਨੂੰ ਜਾਣ ਲੈਂਦਾ ਹੈ। ਦਾਨਾ ਕੈ ਸਿਰ ਦਾਨ। ਜੋ ਦਾਨਾ ਕੈ ਸਿਰ ਦਾਨ, ਜੋ ਸਿਰ ਦਾਨ ਕਰਦਾ, ਦਾਨਾਂ ਵਿੱਚੋਂ ਸਿਰ ਦਾਨ ਕਰਨਾ ਇਹ ਸਭ ਤੋਂ ਉੱਤਮ ਦਾਨ ਹੈ। ਦਾਨਾਂ ਵਿੱਚੋਂ ਸਿਰ ਦਾ ਦਾਨ ਕਰਨਾ। ਜਿਵੇਂ ਰਾਵਣ ਨੇ ਸ਼ਿਵਾ ਦੀ ਬੜੀ ਭਾਰੀ ਤਪੱਸਿਆ ਕੀਤੀ, ਕਿਹਾ ਕੀ ਭੇਟਾ ਦਿਆਂ, ਕੀ ਦਾਨ ਦਿਆਂ। ਸਾਰੇ ਸੋਨਾ ਹੀਰਾ ਜਵਾਹਰਾਤ ਇਹ ਸਾਰੇ ਤੁੱਛ ਹਨ। ਫਿਰ ਖਿਆਲ ਆਇਆ ਸਭ ਤੋਂ ਉੱਤਮ ਦਾਨ ਜਿਹੜਾ ਹੈ ਸਿਰ ਦਾ ਦਾਨ ਕਰਨਾ ਹੈ।
ਰਾਵਣ ਨੇ ਆਪਣਾ ਸਿਰ ਵੱਢ ਕੇ ਸ਼ਿਵਾ ਨੂੰ ਅਰਪਣ ਕੀਤਾ। ਇੱਕ ਦੋ ਨਹੀਂ 10 ਸੀਸ ਵੱਢ ਕੇ ਅਰਪਣ ਕੀਤਾ, ਸ਼ਿਵਾ ਨੂੰ ਪ੍ਰਸੰਨ ਕੀਤਾ। ਦਾਨਾ ਕੈ ਸਿਰ ਦਾਨ, ਸਾਰੇ ਦਾਨਾਂ ਵਿੱਚੋਂ ਸਿਰ ਦਾਨ ਸਭ ਤੋਂ ਵੱਡਾ ਮਹਾਦਾਨ ਹੈ। ਮਹੱਲਾ ਪਹਿਲਾ। ਗੁਰੂ ਸਾਹਿਬ ਜੀ ਅੱਗੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋਇਨੇ ਕਾ ਬਿਰਖ ਪਤ ਪਰਵਾਲਾ। ਗੁਰੂ ਸਾਹਿਬ ਜੀ ਸੋਇਨੇ ਦਾ ਬਿਰਖ ਹਨ। ਪਹਿਲਾਂ ਕਿਹਾ ਸੰਤੋਖ ਰੋਗ, ਸੰਤੋਖ ਰੂਪੀ ਬ੍ਰਿਛ ਹਨ। ਹੁਣ ਸੋਇਨੇ ਕਾ ਬਿਰਖ, ਗੁਰੂ ਸਾਹਿਬ ਜੀ ਸੋਇਨੇ ਦਾ ਬਿਰਖ ਹਨ ਤੇ ਪਦ ਪ੍ਰਤਿਸ਼ਠਾ ਰੂਪ ਪੱਤੇ ਹਨ। ਪਰ ਬਾਲਾ ਨਾਮ ਮੂੰਗੇ ਦਾ ਹੈ। ਭਲੀ ਪ੍ਰਕਾਰ ਇਸ ਸੋਇਨੇ ਰੂਪ ਬ੍ਰਿਛ ਵਿੱਚ ਮੂੰਗੇ ਲੱਗੇ ਹੋਏ ਹਨ। ਜਾਂ ਬਾਲਾ ਦੁੱਖਾਂ ਤੋਂ ਪਰੇ ਹੋਣਾ, ਇਹ ਪੱਤੇ ਲੱਗੇ ਹੋਏ ਹਨ। ਫੁੱਲ ਜਵੇਹਰ ਲਾਲ, ਲਾਲ ਪ੍ਰੇਮ ਰਤਨ ਬੈਰਾਗ, ਇਹ ਫੁੱਲ ਲੱਗੇ ਹੋਏ ਹਨ। ਤਿਤ ਫਲ ਰਤਨ ਲਗਹਿ ਮੁਖ ਭਗਤ। ਇਹ ਲਾਲ ਪ੍ਰੇਮ ਤੇ ਰਤਨ ਬੈਰਾਗ ਤੇ ਜਵੇਹਰ ਗਿਆਨ, ਗਿਆਨ ਰੂਪੀ ਫਲ ਉਹ ਸੋਇਨੇ ਰੂਪੀ ਬ੍ਰਿਛ ਵਿੱਚ ਲੱਗੇ ਹੋਏ ਹਨ। ਜਿਹੜਾ ਜਗਿਆਸੂ ਮੁਖੋਂ ਵਾਹਿਗੁਰੂ ਨਾਮ ਉਚਾਰਨ ਕਰਦਾ ਹੈ, ਹਿਰਦੈ ਨਿਹਾਲ, ਉਹ ਆਪਣੇ ਅੰਤःਕਰਨ ਵਿੱਚ ਹਿਰਦੇ ਵਿੱਚ ਉਸ ਵਾਹਿਗੁਰੂ ਨੂੰ ਦੇਖ ਲੈਂਦਾ ਹੈ। ਦੇਖ ਕੇ ਉਹ ਨਿਹਾਲ ਹੋ ਜਾਂਦਾ ਹੈ, ਕ੍ਰਿਤ ਹੋ ਜਾਂਦਾ ਹੈ, ਕਿਰਤਾਰਥ ਹੋ ਜਾਂਦਾ ਹੈ। ਨਾਨਕ ਕਰਮ ਹੋਵੇ ਮੁਖ ਮਸਤਕ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਨਾਨਕ ਕਰਮ ਹੋਵੇ ਮੁਖ ਮਸਤਕ, ਮੁਖੀ ਮਸਤਕ ਤੇ ਸ਼੍ਰੋਮਣੀ ਮਸਤਕ ਤੇ ਚੰਗੇ ਕਰਮਾਂ ਦਾ ਲੇਖ ਲਿਖਿਆ ਹੋਵੇ। ਲਿਖਿਆ ਹੋਵੇ ਲੇਖ, ਜਿਸ ਦੇ ਸ਼੍ਰੋਮਣੀ ਮੱਥੇ ਤੇ ਵਾਹਿਗੁਰੂ ਨੇ ਚੰਗੇ ਕਰਮਾਂ ਦਾ ਲੇਖ ਲਿਖ ਦਿੱਤਾ ਹੈ। 68 ਤੀਰਥ ਗੁਰ ਕੀ ਚਰਣੀ। ਜੋ ਗੁਰਾਂ ਦੇ ਚਰਨਾਂ ਦੀ ਪੂਜਾ ਕਰਨੀ ਹੈ, ਇਹੀ 68 ਤੀਰਥਾਂ ਤੇ ਇਸ਼ਨਾਨ ਕਰਨਾ ਹੈ। ਜਿਸ ਨੇ ਗੁਰੂ ਦੇ ਚਰਨਾਂ ਦੀ ਪੂਜਾ ਕਰ ਲਈ, ਉਸ ਨੂੰ ਹੋਰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ, ਕਿਉਂਕਿ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਏ। ਗੁਰੂ ਸਮਾਨ ਹੋਰ ਕੋਈ ਤੀਰਥ ਨਹੀਂ ਹੈ। ਗੁਰੂ ਇੱਕ ਚੱਲਦਾ ਫਿਰਦਾ ਤੀਰਥ ਹੈ। ਇੱਕ ਤੀਰਥ ਤਾਂ ਸਥਿਤ ਹਨ ਜਿੱਥੇ ਅਸੀਂ ਚੱਲ ਕੇ ਜਾਂਦੇ ਹਾਂ। ਗੁਰੂ ਚੱਲਦਾ ਫਿਰਦਾ ਤੀਰਥ ਹੈ, ਜੋ ਚੱਲ ਕੇ ਸਾਡੇ ਕੋਲ ਆਪ ਕਿਰਪਾ ਕਰਕੇ ਦਰਸ਼ਨ ਦਿੰਦਾ ਹੈ, ਨਿਹਾਲ ਕਰਦਾ ਹੈ। ਸੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਤਿਦ ਫਲ ਰਤਨ ਲਗੈ ਮੁਖ ਭਾਖਤ। ਸੋਇਨੇ ਰੂਪੀ ਬਿਰਛ ਨੂੰ ਇਹ ਰਤਨ ਬੈਰਾਗ ਲਾਲ ਪ੍ਰੇਮ ਜਵੇਹਰ ਗਿਆਨ ਰੂਪੀ ਫਲ ਲੱਗੇ ਹੋਏ ਹਨ। ਜੋ ਮੁਖੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹਨ, ਉਹ ਹਿਰਦੇ ਵਿੱਚ ਵਾਹਿਗੁਰੂ ਨੂੰ ਪਰਮਾਤਮਾ ਨੂੰ ਦੇਖ ਲੈਂਦੇ ਹਨ, ਉਹ ਨਿਹਾਲ ਹੋ ਜਾਂਦੇ ਹਨ। ਹਿਰਦੈ ਨਿਹਾਲ, ਉਹ ਹਿਰਦੇ ਵਿੱਚ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ। ਨਾਨਕ ਕਰਮ ਹੋਵੇ ਮੁਖ ਮਸਤਕ। ਜਿਨ੍ਹਾਂ ਦੇ ਮੁਖੀ ਮਸਤਕ ਤੇ ਸ੍ਰੇਸ਼ਟ ਕਰਮ ਦਾ ਲੇਖ ਲਿਖਿਆ ਹੁੰਦਾ ਹੈ। ਲਿਖਿਆ ਹੋਵੇ ਲੇਖ, ਜਿਹਦੇ ਮੱਥੇ ਤੇ ਲੇਖ ਲਿਖਿਆ ਹੋਵੇ। 68 ਤੀਰਥ ਗੁਰ ਕੀ ਚਰਣੀ। ਔਰ 68 ਤੀਰਥਾਂ ਤੇ ਇਸ਼ਨਾਨ ਕਰਨਾ, ਗੁਰਾਂ ਦੇ ਚਰਨਾਂ ਦੀ ਪੂਜਾ ਕਰਨੀ, 68 ਤੀਰਥਾਂ ਦਾ ਇਸ਼ਨਾਨ ਕਰਨਾ ਹੈ। ਪੂਜੈ ਸਦਾ ਵਿਸੇਖ, ਗੁਰੂ ਚਰਨਾਂ ਦੀ ਪੂਜਾ ਇਹ ਵਿਸ਼ੇਸ਼ ਹੈ, ਤੀਰਥ ਇਸ਼ਨਾਨ ਨਾਲੋਂ ਵੀ ਵਿਸ਼ੇਸ਼ ਹੈ। ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਤਨ ਪਵਿੱਤਰ ਹੁੰਦਾ ਹੈ, ਮਨ ਪਵਿੱਤਰ ਨਹੀਂ ਹੁੰਦਾ। ਗੁਰੂ ਰੂਪ ਤੀਰਥ ਦੇ ਉਪਦੇਸ਼ ਰੂਪੀ ਜਲ ਵਿੱਚ ਇਸ਼ਨਾਨ ਕਰਨ ਦੇ ਨਾਲ ਤਨ ਵੀ ਪਵਿੱਤਰ ਤੇ ਮਨ ਵੀ ਪਵਿੱਤਰ ਹੁੰਦਾ ਹੈ। ਹੰਸ ਹੀਤ ਲੋਭ ਕੋ ਚਾਰੇ ਨਦੀਆਂ ਅਗ। ਹੰਸ ਹੇਤ ਲੋਭ ਕੋਪ ਇਹ ਚਾਰੇ ਨਦੀਆਂ ਅਗ ਦੀਆਂ ਨਦੀਆਂ ਹਨ। ਇਹ ਚਾਰੇ ਅਗ ਦੀਆਂ ਨਦੀਆਂ ਹਨ। ਹੰਸ ਹਿੰਸਾ, ਹਿੰਸਾ 3 ਪ੍ਰਕਾਰ ਦੀ ਹੈ। ਮਨ ਬਚ ਕਾਇਆ 3,
मन की हिंसा, बचन की हिंसा, काया की हिंसा, 3 प्रकार की हिंसा है। सतगुरु नानक देव पातशाह जी जदों संगला दीप गए, राजे सेवनाब नूं ये उपदेश दिता सी कि मन बच काया 3 प्रकार की हिंसा है। मन करके किसी का बुरा चित बना, ये मन की हिंसा है। बाणी करके किसी नूं कौड़े बचन बोलने, ये बचन की हिंसा है। तन करके किसी नूं जानों मार देना, ये तन की हिंसा है। 3 प्रकार की हिंसा तो रहित होना चाहिए है। सो हंस हेत ये मोह, फिर लोभ ते कोप क्रोध, ये 4 अग दियां नदियां हन। पावे दजे नानक तरिए करमे लग। जेड़े इन ये अग दियां नदियां विच, ये 4 प्रकार दियां नदियां हन। हंस हेत लोभ कोप, अग दियां 4 नदियां विच जो पवै पैंदा है वो दज्जा सड़ जांदा है। कर्मां वाले जड़े हन, जिन्हां दे उपर वाहिगुरु दी किरपा होई है, वो तर जांदा है। पौड़ी जीव दिया मर मार ना पछोताई। गुरु साहब जी फरमाउंदे हन, जिउंदे जी जिउंदियां जिउंदियां मर ना मौत नूं मार ना करिए, फिर पिछों पछताउणा नहीं पवेगा। झूठा यो संसार किन समझाइए। ये सारा संसार झूठा है, किसनू आख के समझाउणा करिए, समझते नहीं हन। ये संसार झूठा है पर लोग इसनू सच्चा समझी बैठे हैं। एहो जग धुएं का पहाड़, तैं साचा मानिया किह विचार। किस विचार दे नाल, किस दलील दे नाल तू सच्चा मन्नी बैठा। ये धुएं दा पहाड़ वांग है, जिमें आकाश च बदलों का पहाड़ बन जाता, तेज हवा चलती है, वो पहाड़ उड़ पुड़ जाते हैं। इस तरह ये जगत जड़ा है, काल रूपी हवा चलती है, तो ये संसार रूपी पहाड़ जो है बदलों का, ये उड़ पुड़ जान वाला नासवंत है। सो गुरु साहब जी फरमाउंदे हन कि ये संसार झूठा है, किसनू समझाउणा करिए। सच ना धरे प्यार धंध ताईए। ये जीव धंधियां विच दौड़दा फिरदा, सच नाम दे नाल प्यार नहीं धारदा। काल बुरा खै काल सिर दुनिया आईए। ये काल बहुत बुरा है, खै काल, खै करन वाला काल है। ये काल सारी दुनिया दे सिर उत्ते मंडरा रहा है। हुक्मी सिर जंदार मारे दाईए। हुक्मी परमात्मा दे हुक्म अनुसार जम जिंदधारी बैरी जो जम है, वो जंदार डंडे ले करके सिर ऊपर मारदा है, दाईया दावा करके। अकाल पुरख वाहिगुरु दा जदों हुक्म हुंदा है, वो जीवां नूं डंडे मारदा सिर ते। जो मोह रूपी निंद्रा विच सुत्ता होया, उसनूं डंडे मार के जगाउंदा है। कहो कबीर तब ही नर जागै, जम का डंड मूंड मह लागै। आपे दे प्यार मन वसाईए। वो सतगुरु जी ऐसे दयालु कृपालु हन के आप ही प्यार दे करके और नाम मन विच बसा दिंदे हन। मोहत न चसा बिलंब भरिया पाईए। जदों पाई भर जाती है तो देरी नहीं लगती, ना अद्धी घड़ी ना चसा भर भी समा नहीं लगता। गुर प्रसादे बुझ सच समाईए। गुरां दी किरपा द्वारे बुझ के, गुरां तो पुछ के सच स्वरूप विच समाउणा करिए। सो साध संगत जी इत्थे शब्द की समाप्ति है, समा भी समाप्त है। ये दीवान इसे तरह लगातार निरंतर चलता रहेगा 2 बजे तक। 2 बजे समाप्ति होएगी। सो हुण रागी जत्थे कीर्तन करनगे। साडे सत्कारयोग हजूरी रागी जत्था भाई साहब भाई ज्ञान सिंह जी साथियों के नाल पहुँचे हुए हैं। वो आप जी नूं कीर्तन द्वारा निहाल करनगे। उपरंत होर रागी जत्थियां ने कीर्तन करना है। सो इसे तरह ये दीवान चलता रहेगा।
ਦੀ ਇੱਥੇ ਕਥਾ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਅੱਜ ਦੇ ਸਾਰੇ ਸ਼ਬਦਾਂ ਦੇ ਵਿਚਾਰਾਂ ਨੂੰ ਹਿਰਦਿਆਂ ਵਿੱਚ ਧਾਰਨ ਕਰੀਏ, ਜਿਸ ਕਰਕੇ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਕੇ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ। ਹੁਕਮੇ ਸਿਰ ਜੰਦਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਐ। ਮੋਹਤ ਨ ਚਸਾ ਬਿਲੰਬ ਭਰੀਐ ਪਾਈਐ। ਗੁਰ ਪ੍ਰਸਾਦਿ ਬੁੱਝ ਸੱਚ ਸਮਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਹੁਣ ਆਓ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।